ਇਹ ਰਾਤ ਦੇ 11 ਵਜੇ ਕਿਸੇ ਦਾ ਕੋਈ ਮਤਲਬ ਆਹੋ ਹੀ ਗੱਲ ਹੈ ਵੀ ਰਾਤ ਦੇ 11 ਵਜੇ ਜਿਹੜਾ ਆੜਤੀ ਦਿੰਦਾ ਉਹਦਾ ਰਾਤ ਦੇ 11 ਵਜੇ ਮਦਦ ਕਰਤੀ ਕੋਈ ਗੁਨਾਹ ਕਰਤਾ ਮਦਦ ਕਰਤੀ ਕੋਈ ਗੁਨਾਹ ਰਾਤ ਦੇ 11 ਵਜੇ ਤੱਕ ਜਾਣ ਦੀ ਲੋੜ ਜਦੋਂ ਪੈਂਦੀ ਹੈ ਉਦੋਂ ਰੇਟ ਆਫ ਇੰਟਰਸਟ ਕਿੰਨਾ ਲੱਗਦਾ ਇਹ ਵੀ ਤਾਂ ਕੋਈ ਦੱਸੇ। ਰੇਟ ਆਫ ਇੰਟਰਸਟ ਵੀ ਉਹਦੇ ਵਜ੍ਹਾ ਕਰਕੇ ਇਹ ਸਾਰੀ ਜਿਹੜੀ ਕੀਮਤ ਚ ਕੱਟ ਲੱਗਦੀ ਹੈ ਉਹਦੀ ਵਜ੍ਹਾ ਨਾਲ ਇਹ ਸਾਰਾ ਕਿਹਾ ਜਾਂਦਾ ਇਸ ਗੱਲ ਤੇ ਸਾਰਾ ਜਿਹੜਾ ਥੱਲੇ ਅਜੇ ਮੰਡੀਆਂ ਦੇ ਵਿੱਚ ਪੱਕੀ ਤਰ੍ਹਾਂ ਨਹੀਂ ਕਿਸਾਨਾਂ ਕੋਲ ਗਏ ਜੀ। ਤੁਹਾਡਾ ਇੱਕ ਆੜਤੀ ਵੀਰ ਤੇ ਆਖਣ ਡਿਆ ਵੀ ਇਹ ਅਖੌਤੀ ਜਥੇਬੰਦੀ ਹੈ, ਤੁਸੀਂ ਆਖਣ ਡਿਓ ਏਡੀ ਜ਼ਿੰਮੇਦਾਰ ਜਥੇਬੰਦੀ ਹੈ, ਤੁਹਾਡਾ ਤੇ ਆਪੋ ਚ ਨਹੀਂ ਕੋਈ ਗੱਲ ਹੁੰਦੀ ਪਈ। ਤੁਸੀਂ ਮੰਡੀ ਆੜਤੀਆਂ ਦੇ ਪ੍ਰਧਾਨ ਹੋ ਵੀ ਜੀ। ਇੱਕ ਮਿੰਟ ਮੈਨੂੰ ਰਮਿੰਦਰ ਜੀ ਦਾ ਇਸ ਉੱਤੇ ਵਿਊ ਪੁਆਇੰਟ ਲੈਣਾ ਹੈ ਕਿ ਇਸ ਤੇ ਤੁਹਾਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੋਣੀ ਚਾਹੀਦੀ ਇਸ ਮੁੱਦੇ ਦੇ ਉੱਤੇ ਕਿ ਜੋ ਕ੍ਰੈਡਿਟ ਮੈਨੇਜਮੈਂਟ ਵਾਲੇ ਮੁੱਦੇ ਨੂੰ ਅਗਰ ਆੜਤੀਆਂ ਦੇ ਸਰਕਾਰ ਵੱਲੋਂ ਅਸੀਂ ਇਸ ਗੱਲ ਨੂੰ ਬੜਾ ਬਰੀਕੀ ਨਾਲ ਜਿਹੜਾ ਹੈਗਾ ਐਨਾਲਿਸਿਸ ਕੀਤਾ ਕਿ ਜੋ ਕ੍ਰੈਡਿਟ ਮੈਨੇਜਮੈਂਟ ਆੜਤੀਆਂ ਦੀ ਪੰਜਾਬ ਦੇ ਇਨਫਰਾਸਟ੍ਰਕਚਰ ਦੇ ਵਿੱਚ ਹੈਗੀ ਹੈ, ਐਗਰੀਕਲਚਰ ਇਨਫਰਾਸਟ੍ਰਕਚਰ 'ਚ ਹੈ, ਅਗਰ ਇਹਨੂੰ ਇਸੋਂ ਵਿਡਰਾ ਕਰ ਲਿਆ ਤਾਂ ਇਹਦੀ ਜਗ੍ਹਾ ਲੈਣ ਵਾਸਤੇ ਕੋਈ ਵੀ ਇਨਫਰਾਸਟ੍ਰਕਚਰ ਜਿਹੜਾ ਹੈਗਾ ਨਹੀਂ ਹੈ। ਸੋ ਇਸ ਕਰਕੇ ਇਹਨਾਂ ਸਾਰੀਆਂ ਪੱਖਾਂ ਤੋਂ ਦੇਖਦੇ ਹੋਏ ਇਹਦੇ ਪੈਰਲਲ ਮੈਨੇਜਮੈਂਟ ਵੀ ਸਰਕਾਰ ਨੇ ਦਿੱਤੀ ਹੈ। ਕੋਆਪਰੇਟਿਵ ਬੈਂਕਾਂ ਨੂੰ ਵੀ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਕਰਜ਼ੇ ਦਿਓ। ਜਿੰਨੇ ਨੈਸ਼ਨਲਾਈਜ਼ਡ ਬੈਂਕ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਕਿਹਾ ਗਿਆ ਕਿ ਤੁਸੀਂ ਕਿਸਾਨਾਂ ਨੂੰ ਜਿਹੜਾ ਹੈ ਕਰਜ਼ਾ ਦਿਓ। ਲੇਕਿਨ ਉਹਦੇ ਬਾਵਜੂਦ ਵੀ ਅਗਰ ਆੜਤੀ ਤੋਂ ਕਿਸਾਨ ਕਰਜ਼ਾ ਲੈਣਾ ਪਸੰਦ ਕਰਦਾ ਹੈ, ਹਾਂਜੀ, ਅਗਰ ਆੜਤੀ ਸਿਰਫ ਅਗਰ ਇਹਨਾਂ ਦਾ ਰੋਲ ਸਿਰਫ ਕ੍ਰੈਡਿਟ ਮੈਨੇਜਮੈਂਟ ਤੱਕ ਰੱਖਿਆ ਜਾਵੇ ਮਗਰ ਇਹਨਾਂ ਦਾ ਰੋਲ ਅਗਰ ਮੰਡੀਆਂ ਵਿੱਚ ਨਾ ਰੱਖਿਆ ਜਾਵੇ ਕਿ ਉਹ ਉਸ ਡਿਫਰੈਂਸ ਦੀ ਗੱਲ ਕਰ ਰਹੀ ਹਾਂ। ਉਹਦੇ ਵਿੱਚ ਵੱਡਾ ਕਾਰਨ ਇਹੀ ਹੈ ਕਿ ਜਿੰਨੀ ਬੈਂਕਾਂ ਦਾ ਜਿਹੜਾ ਪੈਸਾ ਹੈ ਕਿਉਂ ਮਰ ਰਿਹਾ ਕਿਸਾਨਾਂ ਵੱਲ, ਕਿਉਂਕਿ ਉਹਨਾਂ ਕੋਲ ਰੋਟੇਸ਼ਨ ਨਹੀਂ ਹੈ। ਕਿਸਾਨ ਆਪਣੇ ਆਪ ਉਹਦੇ ਕੋਲ ਪੈਸਾ ਜਮ੍ਹਾਂ ਕਰਾਉਣ ਲਈ ਪਾਬੰਦ ਨਹੀਂ ਹੈ ਔਰ ਇਸੇ ਕਰਕੇ ਹਰ ਸਾਲ ਕਿਸਾਨਾਂ ਦੇ ਉੱਤੇ ਸੈਂਕੜੇ ਕੇਸ ਹੁੰਦੇ। ਆੜਤੀ ਦੀ ਜਿਹੜੀ ਕ੍ਰੈਡਿਟ ਮੈਨੇਜਮੈਂਟ ਹੈ ਇਹਦਾ ਵੱਡਾ ਪੱਖ ਇਹੀ ਹੈ ਕਿ ਜਦੋਂ ਰੂਟ ਹੋ ਕੇ ਪੈਸਾ ਅਮਾਉਂਟ ਇਹਨਾਂ ਕੋਲ ਆਉਂਦੀ ਹੈ ਇਹ ਆਪਣੀ ਅਮਾਉਂਟ ਐਡਜਸਟ ਕਰਕੇ ਬਾਕੀ ਉਹਨੂੰ ਦਿੰਦੇ ਨੇ, ਨੈਕਸਟ ਫੇਰ ਉਹਨੂੰ ਦੇ ਦਿੰਦੇ। ਇਹਨਾਂ ਦਾ ਸਰਕਲ ਹੋਰ ਤਰ੍ਹਾਂ ਦਾ ਹੈਗਾ, ਬੈਂਕ ਦਾ ਹੈਗਾ, ਬੈਂਕ ਦਾ ਵੀ ਸੇਮ ਰੇਟ ਆਫ ਇੰਟਰਸਟ ਵੀ ਬਹੁਤ ਘੱਟ ਹੈ ਜੀ। ਹਾਂਜੀ 1 ਰੁਪਿਆ ਥੋੜਾ ਜਲਦੀ ਮੈਂ ਬ੍ਰੇਕ 'ਚ ਜਾਣਾ ਜੀ। ਹਾਂਜੀ 1 ਰੁਪਿਆ ਸਵਾ ਰੁਪਿਆ ਰੇਟ ਆਫ ਇੰਟਰਸਟ ਇਹੀ ਰੇਟ ਆਫ ਇੰਟਰਸਟ ਬੈਂਕਾਂ ਦੇ ਰਹੀਆਂ ਨੇ। ਅਸੀਂ ਕੋਈ ਫਾਈਨਾਂਸਰ ਨਹੀਂ ਕਿ ਅਸੀਂ ਚੱਕ ਕੇ ਇੰਨੇ % ਰੇਟ ਆਫ ਇੰਟਰਸਟ ਸਾਡਾ ਬਹੁਤ ਘੱਟ ਹੈ ਜੀ। ਹਾਂਜੀ ਮੈਂ ਬਸ ਇਹ ਕਹਾਂਗੀ ਕਿ ਤੁਸੀਂ ਇਸ ਮੁੱਦੇ ਉੱਤੇ ਸਾਡੇ ਨਾਲ ਗੱਲਬਾਤ ਕਰਨੀ ਸਟੂਡੀਓ ਵਿੱਚ ਆਏ ਉਹਦੇ ਲਈ ਬਹੁਤ ਬਹੁਤ ਧੰਨਵਾਦ। मेरे को बस ऐसा ही समझ सी मैं भूपिंदर जी इतनी गल जरूर कहनी है कि इन्होंने लाइसेंस नहीं बनाए हुए और लाइसेंस बनाओ अगर इन्होंने मनी लैंडिंग मेरे को समा परमिशन नहीं देना जी। तरन सिंह जी ये या ना लइए ਤੁਸੀਂ ਵੀ ਕਿਸਾਨਾਂ ਨੂੰ ਜਾਗਰੂਕ ਜਾਓ ਹੀ ਨਾ ਇਲੀਗਲ ਕੰਮ ਕਰਦੇ ਹੋ। बिल्कुल जी मैं इस तो आगे डिस्कशन नहीं कर सकती। मैंने माफी दो मैं डिस्कशन नहीं कर सकती। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। Stolen vehicles sold in the second hand market with original registration numbers. That was how a gang of auto thieves operated in the region. However, their free run ended when the Chandigarh police arrested 5 of its members, and their interrogation led the police to one of the biggest catch of 42 stolen vehicles. Their worth ₹2 crore. Gurpreet Singh Cheena has this exclusive report. In August this year, the routine arrest of small-time auto lifters led the Chandigarh police to bust one of the biggest interstate gang of vehicle thieves. Biggest as 42 stolen vehicles were recovered from them, and one of the smartest as it passed off stolen vehicles as genuine. This the gang managed by using registration numbers of accidental vehicles that were of no use to insurance companies. The first person to fall in police net was a Budal-based scrap dealer on September 22nd. Vipin Kumar alias Bhalu was arrested after a stolen white color Toyota Innova was recovered from him. The vehicle bearing the original registration number had met with an accident on December 31st last year at Fagwada. It was sold as scrap to Vipin. His interrogation led the police to Harinder Singh alias Goldie. He was running the business of sale and purchase of cars in Sector 7 market. 5 ਬੰਦੇ ਜਿਹੜੇ ਆ ਇਸ ਕੇਸ ਵਿੱਚ ਅਰੈਸਟ ਹੋ ਚੁੱਕੇ ਆ ਜਿਨ੍ਹਾਂ ਦੇ ਕੋਲੋਂ ਅਲੱਗ-ਅਲੱਗ ਮਾਡਲਾਂ ਔਰ ਅਲੱਗ-ਅਲੱਗ ਮੇਕ ਦੀਆਂ 42 ਗੱਡੀਆਂ ਜਿਹੜੀਆਂ ਬਰਾਮਦ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਲਗਜ਼ਰੀ ਗੱਡੀਆਂ ਨੇ। On October 2nd, the Chandigarh police arrested 3 more persons, Qasim, Mohammad Nadeem and Mohammad Amir, all residents of Bapu Dham colony in Sector 26. They were running business of denting and painting in Chandigarh. Police said one Tata Indigo car bearing registration number HR49C1395 was recovered from them.
As per records, the car bearing the original registration number had actually met with an accident in Chail in Himachal Pradesh. As the vehicle was badly damaged, it was declared as total loss by ICICI Lombard Insurance Company. The accused had managed to procure a stolen Indigo car of the same color from Meerut and used the accidental Indigo's registration on it. ये लोग टोटल लॉस ਗੱਡੀਆਂ ਜਿਹੜੀਆਂ ਸੀਗੀਆਂ ਇੰਸ਼ੋਰੈਂਸ ਕੰਪਨੀ ਨੂੰ ਚੱਕ ਲੈਂਦੇ ਸੀਗੇ ਉਹਦਾ ਸਕ੍ਰੈਪ ਜਿਹੜਾ ਸੀ ਉਹ ਕਬਾੜ 'ਚ ਵੇਚ ਦਿੰਦੇ ਸੀ ਉਹਦਾ ਆਰਸੀ ਔਰ ਜਿਹੜਾ ਉਹਦਾ ਪ੍ਰਿੰਟ ਸੀਗਾ ਇੰਜਨ ਚੈਸੀ ਨੰਬਰ ਵਗੈਰਾ ਉਹ ਚੋਰੀ ਗੱਡੀਆਂ ਕਰਵਾ ਕੇ ਉਹਨਾਂ ਦੇ ਲਾ ਕੇ ਭੋਲੇ ਭਾਲੇ ਲੋਕਾਂ ਨੂੰ ਜਿਹੜੇ ਇਹ ਵੇਚ ਦਿੰਦੇ ਸੀ ਤੇ ਕਾਫੀ ਜਿਹੜਾ ਉਹਨਾਂ ਕੋਲ ਪੈਸਾ ਜਿਹੜਾ ਕਮਾਉਂਦੇ ਸੀਗੇ During the course of investigation, a total of 42 stolen vehicles were recovered. These included SUVs and sedans, 1 Mitsubishi Pajero, 2 Toyota Innova, 5 Mahindra Scorpio, 4 Tata Safari, 2 Chevrolet Tavera, 3 Mahindra Bolero, 3 Hyundai Verna, 4 Maruti Swift, 3 Tata Indigo, 2 Maruti Wagon R, 4 Maruti Zen, 2 Hyundai Santro, 3 Maruti 800, 1 Tata Indiga, 1 Hyundai i20 and 1 Maruti Alto. The market value of these vehicles is estimated to be rupees 2 crore. Let's now deconstruct the gang's modus operandi. Scrap dealer Vipin and his accomplices used to purchase accidental vehicles from either the owner with the help of a surveyor or in an auction of total loss vehicles from insurance companies. Besides the scrap, they procured the original registration number and documents of vehicles. Then the accused used to either steal or get vehicles of same make and color stolen. Thereafter, the accused used to either punch the chassis and engine number of the accidental vehicles on stolen vehicles or cut the plate bearing these numbers and fix the same on stolen vehicles in Meerut with the help of other accused. They used to then destroy the original chassis and engine numbers and documents. Thereafter, Vipin with the help of other co-accused used to sell these converted stolen vehicles. 22 ਤਰੀਕ ਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ 22/9 ਨੂੰ ਔਰ ਇਹ ਪੰਜਾਬ ਹਰਿਆਣਾ ਔਰ ਦਿੱਲੀ ਤੋਂ ਗੱਡੀਆਂ ਜਿਹੜੀਆਂ ਰਿਕਵਰ ਕੀਤੀਆਂ ਗਈਆਂ ਕੁਝ ਚੰਡੀਗੜ੍ਹੋਂ ਕੀਤੀਆਂ ਗਈਆਂ ਲੋਕਲ ਇੰਟਰਨੈਟ ਤੇ ਆਨਲਾਈਨ ਵੀ ਦੇਖ ਲੈਂਦੇ ਵੀ ਕਿਹੜੀ ਗੱਡੀ ਜਿਹੜੀ ਕੋਈ ਆਕਸ਼ਨ 'ਚ ਪਈ ਆ ਉੱਥੇ ਕੁਝ ਇਹ ਜਾ ਕੇ ਉਹ ਗੱਡੀ ਉਠਾ ਲੈਂਦੇ ਸੀ ਜਿਵੇਂ ਕੋਈ 1.5 ਲੱਖ ਦੀ ਗੱਡੀ ਉਠਾ ਲਈ ਉਹਦਾ ਸਕ੍ਰੈਪ 60-70 ਹਜ਼ਾਰ 'ਚ ਵੇਚ ਦਿੱਤਾ ਬਾਕੀ ਉਹਦਾ ਜਿਹੜੇ ਕਾਗਜ਼ਾਤ ਸੀ ਔਰ ਜਿਹੜਾ ਇੰਜਨ ਚੈਸੀ ਨੰਬਰ ਸੀ ਕੋਈ ਪੰਚ ਕਰ ਦਿੰਦੇ ਸੀ ਉਹ ਪਲੇਟ ਖਾੜ ਕੇ ਜਿਹੜੀ ਚੋਰੀ ਦੀ ਗੱਡੀ ਉਹਦੇ ਤੇ ਲਾ ਦਿੰਦੇ ਸੀਗੇ ਉਸ ਗੱਡੀ ਵਿੱਚ ਜੋ ਕੋਈ ਗਾਹਕ ਲੈਣ ਆਉਂਦਾ ਸੀਗਾ ਉਹ ਆਰਸੀ ਨਾਲ ਉਹਦਾ ਨੰਬਰ ਟੈਲੀ ਕਰ ਜਾਂਦਾ ਸੀ ਔਰ ਉਸ ਗੱਡੀ ਨੂੰ ਵੇਚ ਦਿੰਦੇ ਸੀਗੇ The police are now looking into the role of surveyors and insurance companies in the racket. As the chassis and engine numbers of the stolen vehicles have been destroyed, the police are contacting the motor vehicle agencies to establish the original number of these vehicles. Chandigarh police have arrested 5 persons and recovered 42 vehicles including SUVs. Police claim that with these arrests they have busted an interstate gang. Will it now bring down the rate of vehicle thefts? Well, only time will tell. With camera person Amit Sidhu, this is Gurpreet Singh Cheena, Day and Night News, Chandigarh. Joining us for a discussion on this are Rajdeep Singh, investigating officer of the Chandigarh Police, Gulshan Kumar, who is the president of the Chandigarh Car Dealers Association, and Subhash Sharma, who has handled many motor vehicle claims. आप सबका स्टूडियो में बहुत बहुत स्वागत है। राजदीप जी, मैं आपके साथ शुरू करना चाहूंगी। चंडीगढ़ पुलिस ने जो 42 चोरी की गाड़ियों की रिकवरी की है, इस केस के आप आए हैं, इन्वेस्टिगेशन ऑफिसर हैं, आपकी प्रीलिमिनरी फाइंडिंग क्या है और आपके हिसाब से किस तरह की जो मोडस ऑपरेंडी है जो इस्तेमाल की जाती है? जो अब तक की इन्वेस्टिगेशन है उसमें हमें जो चीज सामने आई है, इसमें 4 पार्टीज इन्वॉल्व हैं इस नेक्सस में। एक पार्टी है जो स्क्रैप डीलर है, जंक डीलर है, जो इंश्योरेंस कंपनी की कनाइवेंस से या अदरवाइज खुद अपने बिहाफ पे वहां से गाड़ियों का स्क्रैप जो डिमांड है मार्केट में जिस गाड़ियों की, उनके डॉक्यूमेंट्स, और दूसरी पार्टी जो है वो है व्हीकल लिफ्टर्स, जो गाड़ी डिमांड की हुई या जंक डीलर ने जो प्रिक्योर की है वैसी गाड़ी चोरी करने वाला, और थर्ड पार्टी जो इसमें है वो उनके जो चोरी की हुई गाड़ी है उनके ऊपर जो इंजन चैसी नंबर है वो टेम्पर करके पेस्ट करने के लिए, और इसमें चौथी पार्टी आ जाती है जो टेम्पर की हुई चोरी की गाड़ियों को सेल करते हैं। तो ये नेक्सस 4 पार्टीज द्वारा रन किया जाता है। सेकंड हैंड कार्स में जो डील करते हैं, जो सेल करते हैं कार्स को, जो सेल को अभी तक जो हमारे इन्वेस्टिगेशन में जो हमने 2 पार्टीज को इसमें हिट किया है, एक तो जो गाड़ी सेल करते हैं और दूसरा जंक डीलर है जो डिमांड मार्केट में होती है उन गाड़ियों को जो प्रिकॉर करते हैं। तो अगर मैं आपको अच्छे से समझ पाई हूँ तो आपका मानना है कि जो इन गाड़ियों को उठाने वाले होते हैं वो इंश्योरेंस एजेंट्स और जो रीसेलर्स होते हैं उनके साथ ये मिलके एक उनका नेक्सस है, वो
चलता है। जी जी जी, बेसिकली इसमें क्या किया जाता है कि एक एक्सीडेंटल गाड़ी है जो उसका जब वो डिक्लेयर हो जाती है इंश्योरेंस कंपनी की तरफ से, टोटल लॉस या कैश लॉस जो टर्म्स जो हमारी इन्वेस्टिगेशन में अभी तक हमारे सामने आया, ये इंश्योरेंस कंपनी 2 टर्म्स यूज करती है, तो उसको जो कोई जंक डीलर है वो वहां से प्रिक्योर कर लेता है, उसको खरीद लेता है जी। उसके बाद जो उसके फर्दर कनेक्शन होते हैं जो व्हीकल लिफ्टर्स हैं, उनको वो बताता है कि ऐसी गाड़ी हमने जो मैंने ले ली है, इसके डॉक्यूमेंट्स मेरे पास अवेलेबल है, तो वो व्हीकल लिफ्टर्स वैसी गाड़ी चोरी करते हैं। उसके बाद जो गाड़ी एक्सीडेंटल उन्होंने खरीदी है जी, उसके जो डॉक्यूमेंट्स हैं, जो रजिस्ट्रेशन नंबर वाले डॉक्यूमेंट्स हैं, प्लस जो बॉडी के ऊपर इंजन और चैसी नंबर प्रिंट है, वो चोरी की हुई गाड़ी के ऊपर पेस्ट कर दिए जाते हैं या पंच कर दिए जाते हैं। उसके बाद जो चोरी वाली गाड़ी है, जो स्क्रैप वाला है, स्क्रैप को फिर स्क्रैप में ही सेल कर दिया जाता है। राइट। उसके बाद जो चोरी वाली गाड़ी है वो एज अ जेन्युइन मार्केट में लाई जाती है। ओके, जो फर्दर उसको जो सेलर है उसको सेल कर देते हैं, जो आम आदमी को उसको आइडेंटिफाई करना मुश्किल हो जाता है कि ये चोरी वाली गाड़ी है या आम आदमी के लिए ये मुश्किल है। राइट। मैं सुभाष जी आपके पास आऊंगी। जब इंश्योरेंस कंपनीज पुरानी गाड़ियों को स्क्रैप के रूप में जो है वो बेचते हैं, तो क्या वो उनका, जैसे उन्होंने कहा, रजिस्ट्रेशन नंबर जो होता है और उनका जो चैसी नंबर होता है, क्या वो ट्रांसपोर्ट अथॉरिटी जो होती है उसको वो हैंड ओवर करते हैं या नहीं करते हैं? एक्चुअली ऐसा है मैम कि ये जो टोटल लॉस सेटलमेंट है जी, वो 2 तरीके से है। एक होती है विद आरसी, एक विदाउट आरसी। इन मोस्ट ऑफ द केसेस, यू कैन से 99% केसेस में जो आरसी है वो हम इंश्योर्ड को, मतलब खुद ही वो खुद जो है आरसी रजिस्ट्रेशन अथॉरिटी को डिपॉजिट करा देता है जी, उसकी एंडोर्समेंट करवा के इंश्योरेंस कंपनी को दे देता है। उसमें क्या है कि सालवेज जो है वो खुद हम रख लेंगे, आरसी डिपॉजिट हो जाती है रजिस्ट्रेशन अथॉरिटी के पास। मगर जो ये स्पेसिफिकली एक चैसी नंबर की बात कर रहे हैं, हाँ जी, उसके बारे में आप क्या कि उसको आप कैसे? वो तो एज इट इज चैसी नंबर, इंजन नंबर एज इट इज लगा रहता है उस पे, तो लेकिन उसको डिस्पोज हम जो सालवेज है बाद में डिस्पोज ऑफ कर देते हैं, वो ये कबाड़िए वगैरह वो सालवेज ले जाते हैं उसको जी। तो लेकिन उसमें उस केस में जो आरसी है वो रजिस्ट्रेशन अथॉरिटी के पास ही रहती है। कहने का अगर हम ये माने कि उस चैसी नंबर को अगर ऐसे ही स्क्रैप में वो चला जाता है तो उसका मिसयूज हो सकता है, ये तो आप मानते हैं? यस, दैट कैन बी। तो आपको नहीं लगता कि ये जो नंबर्स हैं, अगर ये ट्रांसपोर्ट अथॉरिटी को हैंड ओवर कर दिए जाएं और अगर वो ये स्क्रैप में ना जाए, तो उनका अवैध तरीके से जो किया जा रहा इस्तेमाल है वो रुक सकता है, जिसकी वजह से जिसका असर है वो शायद जो गाड़ियां चोरी होती हैं, जितनी ज्यादा तादाद में चोरी होती हैं, उसके ऊपर सीधा देखने को मिल सकता है। आपका मतलब है कि जो इंजन नंबर, चैसी नंबर है उसकी कटिंग करके जी, ये कहना चाहते हैं आप? जी।